बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स। फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, आज की इस वीडियो में हम छोटे लेवल पे बफलो फार्मिंग या डेयरी फार्मिंग करने वाले हजरात को रहनुमाई फराहम करेंगे। इसके लिए हमने अमली मालूमात हासिल करने के लिए रब्ता किया है एक किसान से, जो कि सिर्फ़ 8 भैंसों को पाला हुआ है उन्होंने, और उनसे माहाना 45,000 बचत कर रहे हैं। हालांकि मुलाज़म की तनख्वाह भी उनको देना पड़ती है। मुलाज़म की तनख्वाह दे के बआसानी 45,000 माहाना वो कैसे बचाते हैं, ये हम उनसे पूछेंगे और उनसे जानेंगे उनके बफलो फार्मिंग के सारे सिस्टम, उनका इंतज़ाम और उनकी भैंसों के बारे में मालूमात हासिल करेंगे। इनकी भैंसें भी बहुत ही अच्छी हैं। आपको हम उनसे मालूमात लेके देंगे कि उन्होंने अच्छी भैंसें कहाँ से ली और कैसे ली जानी चाहिए। तो चले स्टार्ट करते हैं, लेकिन उससे पहले याद करवा दूँ, अगर आप हमारे चैनल पर नए हैं या अभी तक आपने हमारा चैनल सब्सक्राइब नहीं किया हुआ तो जल्दी से चैनल को सब्सक्राइब करके बेल आइकन दबा दें, ताकि हर नई बनने वाली वीडियो की इत्तला आप तक बर वक्त पहुँच सके। और अगर आप फेसबुक यूज़र हैं तो पेज को लाइक करके फॉलो करें। तो चलें प्रॉपरली शुरू करते हैं। अस्सलाम वालेकुम जी। वालेकुम अस्सलाम जी। चाचा जी की नाम है ਤੁਹਾਡਾ? मेरा नाम मोहम्मद आरफ जी। मोहम्मद आरफ साहब, जगह ਕਿਹੜੀ ਹੈ? ਸਰਵਰਾਬਾਦ। ਸਰਵਰਾਬਾਦ ਹੈ। ਕਿੰਨੀ ਦੇਰ ਤੋਂ ਤੁਸੀਂ ਜਾਨਵਰ ਰੱਖੇ ਨੇ? ਸਾਨੂੰ ਭਾਜ ਹੋ ਗਏ 3 ਤੋਂ 4 ਸਾਲ। 3 ਤੋਂ 4 ਸਾਲ ਹੋ ਗਏ ਨੇ। ਪਹਿਲੇ ਕੀ ਕਰਦੇ ਸੋ? ਪਹਿਲਾਂ ਇਹ ਜ਼ਿਮੀਂਦਾਰ ਕਰਦੇ ਹੈ ਜੀ। ਜਾਨਵਰ ਕਿਉਂ ਨਹੀਂ ਸਨ ਰੱਖੇ ਤੁਸੀਂ? ਉਹ ਰੱਖੀਆਂ 2-3 ਜਾਨਵਰ ਰੱਖੇ ਦੇ ਹਨ। ਤੇ ਕੀ ਸੋਚ ਕੇ ਤੁਸੀਂ 3 ਸਾਲ ਪਹਿਲੇ ਕੀ ਸੋਚਿਆ ਕਿ ਜਾਨਵਰ ਰੱਖਣੇ ਚਾਹੀਦੇ ਨੇ? ਕੀ ਦਿਲ 'ਚ ਖਿਆਲ ਆਇਆ? ਦਿਲ 'ਚ ਇਹ ਖਿਆਲ ਆਇਆ ਕਾਰੋਬਾਰ ਕਰਨੇ, ਜਾਨਵਰ ਰੱਖ ਕੇ ਦੁੱਧ ਵੇਚਣੇ ਆ। ਅੱਛਾ, ਹਾਂਜੀ। ਬਾਕੀ ਗੱਲਾਂ ਤੁਹਾਨੂੰ ਬਾਅਦ ਪੁੱਛਾਂਗੇ। ਪਹਿਲੇ ਇਹ ਦੱਸੋ ਕਿ 3 ਸਾਲਾਂ ਦੇ ਵਿੱਚ ਤੁਹਾਨੂੰ ਇਹਨਾਂ ਜਾਨਵਰਾਂ ਦਾ ਕੀ ਤਜਰਬਾ ਤੁਸੀਂ ਹਾਸਲ ਕੀਤਾ? ਕੋਈ ਫਾਇਦਾ ਹੋਇਆ? ਬੜਾ ਫਾਇਦਾ ਹੋਇਆ ਜੀ। ਫਾਇਦਾ ਜ਼ਰਾ ਦੱਸੋ ਸਾਨੂੰ ਤਫਸੀਲ ਨਾਲ। ਹੁਣ ਅਸੀਂ ਇਹਨਾਂ ਨੂੰ ਪੱਠੇ ਪਾਉਂਦੇ ਆ, ਚਾਰਾ ਪਾ ਕੇ ਜੀ, ਦੁੱਧ ਦਿੰਦੀਆਂ ਨੇ 5 ਤੋਂ 10 ਕਿਲੋ 16 ਕਿਲੋ ਤੱਕ ਵੀ ਦਿੰਦੀਆਂ ਨੇ। ਮਾਸ਼ਾਅੱਲਾ। ਉਹਦੇ ਨਾਲ ਹਿਸਾਬ ਨਾਲ ਅਸੀਂ ਵੰਡਾ ਛੰਡਾ ਪਾਉਂਦੇ ਆ, ਉਹਦੇ ਹਿਸਾਬ ਨਾਲ ਹੀ ਸਾਰਾ ਸਰਕਟ ਸਾਡਾ ਚੱਲ ਰਿਹਾ ਇਹਦੇ ਤੇ। ਮਾਸ਼ਾਅੱਲਾ। ਤੁਸੀਂ 2-3 ਗੱਲਾਂ ਦੱਸੀਆਂ ਨੇ। ਸਭ ਤੋਂ ਪਹਿਲੇ ਤੁਸੀਂ ਇਹ ਦੱਸਿਆ ਕਿ ਵੰਡਾ ਛੰਡਾ ਪਾਉਂਦੇ ਆ। ਕਿਹੜਾ ਵੰਡਾ ਪਾਉਂਦੇ ਹੋ, ਕਿਹੜਾ ਚਾਰਾ ਪਾਉਂਦੇ ਹੋ? ਚਾਰਾ ਮਕਈ ਦਾ ਪਾਉਂਦੇ ਆ, ਵੰਡਾ ਗੋਲੀ ਵੰਡਾ ਹੈ। ਗੋਲੀ ਵੰਡਾ ਪਾਉਂਦੇ? ਗੋਲੀ ਵੰਡਾ ਪਾਉਂਦੇ ਜੀ। ਸਹੀ ਹੋ ਗਿਆ। ਕਿੰਨਾ ਪਾਉਂਦੇ ਹੋ ਔਰ ਕਿੰਨੀਆਂ ਮੱਝਾਂ ਨੇ ਤੁਹਾਡੇ ਕੋਲ? ਮਾਸ਼ਾਅੱਲਾ। ਸਾਡੇ ਕੋਲ ਮੱਝਾਂ 8 ਨੇ ਭਾਜੀ। 8 ਮੱਝਾਂ ਨੇ ਜੀ। ਜਾ ਪਾ ਕੇ ਕਿੰਨੇ ਹੋ ਗਏ ਟੋਟਲ ਜਾਨਵਰ? ਜਾ ਪਾ ਕੇ ਹੋ ਗਏ ਸਾਰੇ 8 ਤੇ 1 9 10 11 12 13 ਜਾਨਵਰ ਹੋ ਗਏ ਸਾਡੇ। 13 ਜਾਨਵਰ ਹੋ ਗਏ ਜੀ। ਸਰ, ਇੱਕ ਸਵਾਲ ਤੁਸੀਂ ਦੱਸਣ ਲੱਗੇ ਹੋ ਕਿ ਗੋਲੀ ਵੰਡੇ ਦੇ ਨਾਲ ਤੁਸੀਂ ਕਣਕ ਵੀ ਪਾਉਂਦੇ ਹੋ? ਹਾਂਜੀ, ਪਾਉਂਦੇ। ਜ਼ਰਾ ਦੋਵਾਂ ਦੀ ਮਿਕਦਾਰਾਂ ਦੱਸਿਓ ਕਿ ਕਿੰਨੀ ਮਿਕਦਾਰਾਂ ਪਾਉਂਦੇ ਹੋ, ਰਲਾ ਕੇ ਪਾਉਣ ਦੀ ਵਜ੍ਹਾ ਕੀ? ਇਹ ਭਾਜੀ 2 ਕਿਲੋ ਅਸੀਂ ਗੋਲੀ ਵੰਡਾ ਪਾਉਂਦੇ ਇੱਕ ਮੈਨ। ਠੀਕ ਹੈ। 2 ਕਿਲੋ ਕਣਕ ਪਾਉਂਦੇ ਅਸੀਂ ਭਾਜੀ। ਠੀਕ ਹੈ। ਉਹਦਾ ਕੀ ਫਾਇਦਾ ਹੁੰਦਾ ਹੈ ਮਿਕਸ ਕਰਕੇ ਪਾਉਣ ਦਾ? ਉਹਦਾ ਭਾਜੀ ਮਿਕਸ ਕਰਕੇ ਦੋ ਚੀਜ਼ਾਂ ਇੱਕੋ ਜਿਹੀ ਠੰਡੀਆਂ ਹੋ ਜਾਂਦੀਆਂ, ਰਲ ਜਾਂਦੀਆਂ, ਮਿਕਸ ਹੋ ਜਾਂਦੀਆਂ। ਭਾਵੇਂ ਉਹ ਇੰਜ ਪਾ ਦੀ ਤੇ ਭਾਵੇਂ ਕਿਤਾਬਾ ਕਰ ਲਈ ਉਹਨਾਂ ਦਾ। ਠੀਕ ਹੈ। ਅੱਛਾ, ਤੇ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੂੰ ਅਸੀਂ ਰੂਟੀਨ ਦੱਸ ਰਹੇ ਹਾਂ ਜਾਨਵਰਾਂ? ਹਾਂਜੀ। 13 ਦੱਸ ਰਹੇ ਟੋਟਲ ਜਾਨਵਰ ਜੀ। ਅੱਛਾ, 13 ਜਾਨਵਰਾਂ ਦੀ ਰੂਟੀਨ ਕੀ ਹੈ? ਸਵੇਰ ਕਿੰਨੇ ਵਜੇ ਇਹਨਾਂ ਨੂੰ ਤੁਸੀਂ ਪੱਠੇ ਪਾਉਂਦੇ ਹੋ, ਕਿੰਨੇ ਵਜੇ ਧਾਰਾਂ ਕੱਢਦੇ ਹੋ, ਕਿੰਨੇ ਵਜੇ ਇਹਨਾਂ ਨੂੰ ਖੋਲਦੇ ਹੋ ਜਾਂ ਨਹੀਂ ਖੋਲਦੇ? ਇਹ ਸਾਰੀ ਗੱਲ ਦੱਸਣੀ ਜੇ। ਅਸੀਂ ਭਾਜੀ ਨਹੀਂ ਖੋਲਦੇ ਇਹਨਾਂ ਨੂੰ। ਅੱਛਾ। ਅੱਜ ਸਵੇਰ ਉੱਠਣੇ ਆ 5 ਵਜੇ। ਠੀਕ ਹੋ ਗਿਆ। ਪਹਿਲਾਂ ਧਾਰਾਂ ਕੱਢਣੇ ਆ, ਧਾਰਾਂ यहाँ ਕੱਢ ਕੇ ਬਾਅਦ ਚ ਅਸੀਂ ਨਾਲ ਪੱਠੇ ਪਾਉਂਦੇ ਆ। ਸਹੀ ਹੈ। ਪੱਠੇ ਪਾ ਕੇ 7:30 8 ਵਜੇ ਨਾਲ ਪਾਣੀ ਢਾ ਕੇ ਬੰਦ ਇਹਨਾਂ ਨੂੰ। ਸਹੀ ਹੋ ਗਿਆ। ਹੋਰ ਪਿਛਲੇ ਟਾਈਮ ਆ ਪਾਣੇ 2 ਵਜੇ ਪੱਠੇ ਨਾਲ। ਠੀਕ ਹੈ। 5 ਵਜੇ ਚੁਆਈ ਕਰਨੀ ਆ ਫੇਰ। ਸਹੀ ਹੈ। ਹਾਂਜੀ। ਰਾਤੀ ਇਹਨਾਂ ਨੂੰ ਕੱਚੀ ਜਗ੍ਹਾ ਤੇ ਬੰਨਦੇ ਹੋ ਜਾਂ ਪੱਕੀ ਜਗ੍ਹਾ ਤੇ? ਨਹੀਂ, ਹੁਣ ਸਰਦੀਆਂ ਨੂੰ ਦਿਨੇ ਧੁੱਪੇ ਕੱਚੀ ਜਗ੍ਹਾ ਤੇ ਹੋਏਗੀ, ਰਾਤ ਨੂੰ ਪੱਕੀ ਧੋਣੀਆਂ ਕਰਨੀਆਂ ਅੰਦਰ। ਸਹੀ ਹੈ। ਪੱਕੀ ਤੇ ਕੱਚੀ ਜਗ੍ਹਾ 'ਚ ਕੀ ਫਰਕ ਕਰਦੇ? ਬੜਾ ਫਰਕ ਜੇ ਇਹਨਾਂ ਦਾ। ਫਰਕ ਦੱਸਿਓ ਜ਼ਰਾ। ਫਰਕ ਇਹ ਵੇ ਥਕੇਵਾ ਲਾਂਦੇ ਡੰਗਰ, ਇੱਟਾਂ ਦੇ ਡੰਗਰ ਬਹਿੰਦਾ ਨਹੀਂ ਪੱਕੀ ਤੇ। ਠੀਕ ਹੋ ਗਿਆ। ਇਹ ਤਾਂ ਸਾਰੀ ਦਿਨ ਮੱਝਾਂ ਆਰਾਮ ਕਰਦੀਆਂ ਪੋਲੇ ਥਾਂ ਬਹਿ ਕੇ। ਸਹੀ ਹੈ। ਜਗ੍ਹਾ ਵੀ ਦੱਸ ਦਿਓ ਕਿ ਕਿੰਨੀ ਜਗ੍ਹਾ ਤੁਸੀਂ ਕਵਰ ਕੀਤੀ ਹੈ, ਕਿੰਨੀ ਓਪਨ ਰੱਖੀ ਹੈ? ਜਗ੍ਹਾ ਭਾਜੀ ਹੈ ਕੋਈ 7 ਕਮਰ ਜਿਹੜੀਆਂ ਓਪਨ ਰੱਖੀ ਇਹਨਾਂ ਵਾਸਤੇ ਕੱਚੀ। ਠੀਕ ਹੈ। ਸ਼ੈੱਡ ਤੁਹਾਡਾ ਪੱਕਾ ਹੈ ਔਰ ਉੱਚਾ ਵੇ, ਇਹਦੀ ਵਜ੍ਹਾ ਵੀ ਦੱਸਿਓ। ਉੱਚਾ ਕਿਉਂ ਬਣਾਇਆ, ਪੱਕਾ ਕਿਉਂ ਬਣਾਇਆ? ਉੱਚਾ ਭਾਜੀ ਇਸ ਵਾਸਤੇ ਬਣਾਇਆ, ਇਹ ਟਰਾਲੀ ਨਾਲ ਬਾਹਰੋਂ ਤੂੜੀ ਲਿਆਉਂਦੇ ਆ ਅਸੀਂ, ਅੰਦਰ ਲਿਆ ਕੇ ਲਾ ਕੇ ਉੱਥੇ ਅੰਦਰ ਨਾਲ ਲਾ ਦਿੰਦੇ। ਕਿਆ ਉੱਚਾ ਬਣਾਉਣ ਨਾਲ ਹਵਾਦਾਰ ਵੀ ਹੁੰਦਾ ਹੈ? ਹਾਂਜੀ। ਸਹੀ ਹੈ। ਹੀਟ ਤੇ ਨਹੀਂ ਆਉਂਦੀ? ਨਹੀਂ, ਉਹ ਹੀਟ ਉੱਤੇ ਰਹਿੰਦੀ, ਕਿਉਂ ਛੱਤ ਜਿੰਨਾ ਉੱਚਾ ਹੋਏਗਾ ਉਨੀ ਹੀਟ ਘੱਟ ਥੱਲੇ ਆਏਗੀ। ਕੁਛ ਲੋਕ ਪੱਕਾ ਛੱਤ ਬਣਾ ਕੇ ਉੱਤੇ ਮਿੱਟੀ ਪਾਉਂਦੇ, ਤੁਸੀਂ ਪਾਇਆ? ਨਹੀਂ ਜੀ, ਅਸਾਂ ਜੀ ਉੱਤੇ ਪਲਸਤਰ ਕੀਤੀ ਹੈ। ਕਿੰਨੇ ਮਜ਼ਦੂਰ ਰੱਖੇ ਜੇ? ਇਹ 2 ਬੰਦੇ ਰੱਖੇ ਜੇ। ਕਿਹੜੀ ਜਗ੍ਹਾ ਤੋਂ ਰੱਖੇ ਜੇ? ਇੱਕ ਹੈ ਸਿਆਲਕੋਟ ਦਾ, ਇੱਕ ਚੀਚਾ ਵਤਨੀ ਦਾ ਜੀ। ਕਿੰਨਾ ਇਹਨਾਂ ਦਾ ਖਰਚਾ ਆਈ ਜਾਂਦਾ ਸਾਲ ਦਾ? ਮਹੀਨੇ ਦਾ ਪਹਿਲੇ ਦੱਸ ਦਿਓ। ਮਹੀਨੇ ਦਾ 20,000 ਰੁਪਇਆ ਆਉਂਦਾ ਇੱਕ ਖਰਚ ਬੰਦੇ ਦਾ। ਇਹਨਾਂ ਦਾ ਖਾਣ ਪੀਣ ਰਹਿਣ ਸਹਿਣ ਸਾਰਾ ਤੁਹਾਡੇ ਕੋਲ? ਸਾਡੇ ਕੋਲ। ਸਹੀ ਹੋ ਗਿਆ। ਮੈਡੀਸਨ ਦੇ ਖਰਚਾ ਦੱਸਿਓ ਜਾਨਵਰਾਂ ਦੇ ਕਿੰਨੇ ਤੁਹਾਡੇ ਆ ਜਾਂਦੇ ਨੇ 1 ਮਹੀਨੇ ਦੇ? ਜਾਨਵਰ ਬਿਮਾਰ ਵੀ ਹੁੰਦੇ ਨੇ ਜਾਂ ਨਹੀਂ? ਹੁੰਦੇ ਜੀ ਬਿਲਕੁਲ। ਔਰ ਕਿੰਨਾ ਖਰਚਾ ਤੁਹਾਡਾ ਮੈਡੀਸਨ ਤੇ ਆ ਜਾਂਦਾ? ਉਹ ਵੀ ਕੋਈ 4 ਤੋਂ 5,000 ਰੁਪਇਆ ਆ ਜਾਂਦਾ ਹੈ। ਸਹੀ ਹੈ। ਇਲਾਜ ਦੇਸੀ ਕਰਦੇ ਹੋ ਜਾਂ ਤੁਸੀਂ ਡਾਕਟਰ ਨੂੰ ਬੁਲਾਉਂਦੇ ਹੋ? ਨਹੀਂ, ਡਾਕਟਰ ਨੂੰ ਬੁਲਾਉਂਦੇ ਹੋ। ਦੇਸੀ ਇਲਾਜ ਕਿਉਂ ਨਹੀਂ ਕਰਦੇ? ਨਹੀਂ ਕਰਦੇ। ਅੱਛਾ, ਦੇਸੀ ਆਂਦੇ ਨਹੀਂ ਜਾਂ ਕਰਦੇ ਨਹੀਂ ਤੁਸੀਂ? ਨਹੀਂ, ਆਂਦੇ ਹੀ ਨਹੀਂ ਤਾਂ ਇਹ ਕਰਦੇ ਹੀ ਨਹੀਂ।
ਸਹੀ ਹੋ ਗਿਆ। ਹਾਂਜੀ। ਅੱਛਾ ਉਹਨਾਂ ਦੱਸਿਓ ਕਿ ਤੁਸੀਂ ਕਿਹਾ ਕਿ ਸਾਡੇ ਜਿਹੜੀਆਂ ਭੈਂਸਾਂ ਨੇ ਮੱਝਾਂ ਨੇ ਉਹ 16 ਕਿਲੋ ਤੱਕ ਵੀ ਜ਼ਿਆਦਾ ਦੁੱਧ ਦਿੰਦੀਆਂ। ਹਾਂ ਦਿੰਦੀਆਂ। ਮਾਸ਼ਾਅੱਲਾ ਤੁਹਾਡਾ ਇੱਕ ਦਿਨ ਦਾ ਕਿੰਨਾ ਦੁੱਧ ਹੋ ਜਾਂਦਾ ਸਾਰੀਆਂ ਮੱਝਾਂ ਤੋਂ? ਸਾਡੇ ਆ ਟਾਈਮ ਡੰਗਰ ਚੋਨੇ 6। ਅੱਛਾ। ਸਾਡਾ ਦੁੱਧ ਹੁੰਦਾ 45 ਕਿਲੋ। 45 ਕਿਲੋ ਹੀ ਜਾਂਦਾ ਦੋਵਾਂ ਟਾਈਮਾਂ ਦਾ। 45 ਕਿਲੋ ਦੇ ਤੁਹਾਨੂੰ ਕਿੰਨੇ ਪੈਸੇ ਮਿਲ ਜਾਂਦੇ ਨੇ? ਅਸੀਂ ਦੇ 85 ਰੁਪਏ 3400 ਰੁਪਏ ਬਣਦਾ। 3400 ਰੁਪਏ 3500 ਰੁਪਏ 3400 ਰੁਪਏ ਤੁਹਾਨੂੰ ਬਣ ਜਾਂਦਾ। ਹਾਂਜੀ। ਇਹਨਾਂ ਤੇ ਖਰਚਾ ਕਿੰਨਾ ਆ ਜਾਂਦਾ? ਇਹਦਾ ਖਰਚਾ 2000 ਰੁਪਏ ਦਾ ਡੇਲੀ ਦਾ। ਯਾਨੀ 1500 ਦੀ ਬਚਤ ਹੋ ਰਹੀ ਹੈ ਤੁਹਾਨੂੰ? ਹਾਂਜੀ। ਕੋਈ ਐਸੇ ਦਿਨ ਵੀ ਹੁੰਦੇ ਨੇ ਕਿ ਬਚਤ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ? ਹੁਣ ਘਾਟੇ 'ਚ ਕੰਮ। ਅੱਛਾ। ਅਗੂ ਇਸ ਵਾਰ ਘਾਟੇ 'ਚ ਹੁਣ ਵੰਡਾ ਜ਼ਿਆਦਾ ਪਾਣੇ ਆ ਪਏ। ਠੀਕ ਹੈ। ਜਦੋਂ ਛਟਾਲਾ ਹੋਏਗਾ ਉਦੋਂ ਇਹ ਮਸਲਾ ਘਟ ਜਾਏਗਾ ਵੰਡੇ ਵਾਲਾ। ਠੀਕ ਹੈ। ਤੇ ਚਾਰਾ ਜ਼ਿਆਦਾ ਪਾਵਾਂ ਕਰਾਂਗੇ ਫਿਰ। ਸਹੀ ਹੋ ਗਿਆ। ਤੇ ਬਚਤ ਹੁਣ ਘਟੀ ਹੈ, ਵਧੇਗੀ ਕਦੋਂ? ਇਹ ਵਧੇਗੀ ਛਟਾਲਿਆਂ ਜਾ ਕੇ ਜਦੋਂ ਛਟਾਲ ਆਏਗਾ ਉਦੋਂ ਫਿਰ ਜ਼ਾਹਰ ਦੁੱਧ ਵੱਧ ਜਾਂਦਾ। ਦੁੱਧ ਵੱਧ ਜਾਣਾ, ਬਚਤ ਜ਼ਿਆਦਾ ਹੋ ਜਾਏਗੀ। ਸਹੀ ਹੈ। ਇਸ ਕੰਮ 'ਚ ਕੋਈ ਮਸਾਇਲ ਵੀ ਨੇ 3 ਸਾਲਾਂ 'ਚ? ਤੁਸੀਂ ਇਸ ਕੰਮ 'ਚ ਕਿਹੜੇ ਮਸਾਇਲ ਵੇਖੇ ਨੇ? ਕੀ ਮਤਲਬ? ਮਸਲਨ ਕੋਈ ਮਸਲਾ ਇਸ ਕੰਮ ਦੇ ਵਿੱਚ ਕਿ ਲੇਬਰ ਨਹੀਂ ਲੱਭਦੀ ਪਈ ਜਾਂ ਪਹਿਲੀ ਪੱਠੇ ਨਹੀਂ ਲੱਭਦੇ ਪਏ ਜਾਂ ਵੰਡੇ ਦਾ ਮਸਲਾ ਹੈ ਜਾਂ ਕੋਈ ਬਿਮਾਰੀ ਦਾ ਮਸਲਾ? ਇਸ ਕੰਮ 'ਚ ਕਿਹੜਾ ਮਸਲਾ ਤੁਹਾਨੂੰ ਦਰਪੇਸ਼ ਹੈ? ਸਾਨੂੰ ਸਿਰਫ ਬੰਦੇ ਦਾ ਮਸਲਾ ਬਣਦਾ। ਬਾਕੀ ਤੁਹਾਡੀ ਨਜ਼ਰ 'ਚ ਕੋਈ ਮਸਲਾ ਨਹੀਂ? ਕੋਈ ਮਸਲਾ ਨਹੀਂ, ਅੱਲਾਹ ਕਰਮ। ਠੀਕ ਹੋ। ਜਦੋਂ ਮੱਝ ਦੁੱਧ ਘਟਾਉਂਦੀ ਹੈ, ਹਾਂਜੀ, ਕੋਈ ਤੁਹਾਡੇ ਕੋਲ ਨੁਸਖਾ ਹੈ ਵੇ ਦੁੱਧ ਵਧਾਉਣ ਦਾ? ਕੋਈ ਪੁੱਛਿਆ ਰੇ ਕਿਸੇ ਡਾਕਟਰ ਨੂੰ ਕਿ ਦੁੱਧ ਕਿਸ ਤਰ੍ਹਾਂ ਵਧਾਉਣਾ ਚਾਹੀਦਾ? ਨਹੀਂ ਜਾਇਜ਼ ਨਹੀਂ ਪੁੱਛਿਆ ਕਿਸੇ ਡਾਕਟਰ ਨੂੰ। ਠੀਕ ਹੈ। ਇਹ ਕੰਮ ਕੈਸਾ ਵੇ ਨਵੇਂ ਨੌਜਵਾਨਾਂ ਵਾਸਤੇ ਔਰ ਬਿਲਖਸੂਸ ਉਹਨਾਂ ਫਾਰਮਾਂ ਵਾਸਤੇ, ਫਾਰਮਰਾਂ ਵਾਸਤੇ ਜਿਹੜੇ ਕਰਨਾ ਚਾਹੁੰਦੇ ਨੇ? ਹਾਂਜੀ। ਅੱਛਾ ਕੰਮ ਹੈ ਜਾਂ ਬੁਰਾ ਕੰਮ ਹੈ? ਨਹੀਂ, ਇਹ ਅੱਛਾ ਕੰਮ ਜੀ। ਸਹੀ ਹੈ। ਕੋਈ ਆਪਣੇ ਸ਼ੈੱਡ ਦੇ ਬਾਰੇ ਤੁਸੀਂ ਦੱਸਿਓ ਤਫਸੀਲ, ਜਿਹੜਾ ਤੁਸੀਂ ਬਣਾਇਆ ਇਹਦਾ ਤੁਹਾਡਾ ਕਿੰਨਾ ਖਰਚਾ ਆਏਗਾ? ਪਹਿਲੇ ਬਣਾਇਆ ਸੀ ਜਾਂ ਬਾਅਦ ਚ ਬਣਾਇਆ? ਨਹੀਂ, ਆਹ ਪਹਿਲੇ ਦਾ ਬਣਾਇਆ। ਸਹੀ। ਕਾਫੀ ਦੇਰ ਹੋ ਗਈ ਸਾਨੂੰ ਬਣਾਇਆ ਸ਼ੈੱਡ ਤੇ। ਜਾਨਵਰਾਂ ਦੀ ਨਸਲ ਕਿਹੜੀ ਹੈ ਤੁਹਾਡੇ ਕੋਲ? ਸਾਡੇ ਕੋਲ ਸਾਹੀਵਾਲ, ਨੀਲੀ, ਅੱਛਾ, ਚੀਚਾਵਰ ਦੀਆਂ ਲੈਂਦੀਆਂ, ਨਾਰਫਾ ਲਿਆਂਦੀਆਂ ਜਾ ਕੇ। ਤੇ ਮੱਝਾਂ ਉੱਥੋਂ ਜਾ ਕੇ ਲਈਆਂ ਜੇ ਜਾਂ ਇੱਥੋਂ? ਨਹੀਂ, ਆਹ ਉੱਥੋਂ ਜਾ ਕੇ ਲਈਆਂ ਸਾਰੀ। ਸਹੀ ਹੈ। ਤੁਸੀਂ ਸਾਹੀਵਾਲ ਤੇ ਨੀਲੀ ਦਾ ਫਰਕ ਦੱਸੋਗੇ? ਕਿਹੜੀ ਸਾਹੀਵਾਲ ਦੀ ਤੇ ਕਿਹੜੀ ਨੀਲੀ ਦੀ? ਇਹਨਾਂ ਚੋਂ ਫਰਕ ਵਾਜ਼ਾ ਕਰੋਗੇ ਵੀ ਇਹ ਸਾਹੀਵਾਲ ਦੀ ਤੇ ਇਹ ਨੀਲੀ ਦੀ ਹੈ? ਹਾਈ ਔਰ ਆ ਸਾਹੀਵਾਲ ਦਾ ਜੋੜਾ ਹੈ। ਇਹ ਸਾਹੀਵਾਲ ਦਾ ਜੋੜਾ ਲਿਆਂਦਾ ਇਹ ਵਾਲਾ? ਹਾਂ ਜੀ, ਰੋਜ਼ਿਆਂ ਲਿਆ। ਕਿਸ ਰੇਟ ਤੋਂ ਮਿਲਿਆ ਹਜੇ? ਅਸੀਂ ਭਾਜੀ ਲਈਆਂ 4.5 ਲੱਖ ਦਾ ਸਾਨੂੰ ਘਰ ਪਿਆ ਇੱਥੇ ਆ ਕੇ। ਉੱਥੇ ਜਾ ਕੇ ਲਿਆਉਂਦੀਆਂ ਕਿ ਤੂੰ ਜਾ ਕੇ ਲਿਆਈਆਂ ਮੰਡੀ ਚੋਂ? ਨਹੀਂ, ਘਰੋਂ ਲਈਆਂ, ਲਾਦਾ ਲਈਆਂ। ਤੇ ਉੱਥੇ ਫਿਰਨਾ ਟੁਰਨਾ ਪੈਂਦਾ ਲੈਣ ਵਾਸਤੇ? ਹਾਂਜੀ ਬਿਲਕੁਲ, ਫਿਰਨਾ ਟੁਰਨਾ ਪੈਂਦਾ। ਰਾਤ ਫਿਰ ਉਹ ਹੋਟਲ 'ਚ ਰਹਿੰਦੇ ਹੋ? ਨਹੀਂ, ਉੱਥੇ ਕਿਸੇ ਬਸਤੀ ਵੀ ਰਹਿ ਸਕਦੇ ਆ। ਠੀਕ ਹੈ। ਹਾਂਜੀ, ਤਲਕ ਹੁੰਦੇ ਨੇ? ਤਲਕ ਹੁੰਦੇ ਨੇ। ਠੀਕ ਹੋ ਗਿਆ। ਤੇ ਨੀਲੀ ਬਾਰ ਦੀ ਕਿਹੜੀ ਜੀ ਇਹਨਾਂ ਦੀ? ਨੀਲੀ ਦੀ ਆ ਇਹ ਕਹਿ ਵੱਜੀ ਦੀ ਹੈ। ਇਹ ਜੋੜਾ ਉੱਪਰਾਂ ਵੱਜਾ। ਨੇੜੇ ਹੋ ਕੇ ਦੱਸੋ, ਆਵਾਜ਼ ਨਹੀਂ ਆਉਂਦੀ ਪਈ। ਹਾਂਜੀ, ਆ ਨੀਲੀ ਦੀ ਹੈ। ਕੱਲੀ ਨੀਲੀ ਦੀ? ਹਾਂਜੀ। ਠੀਕ ਹੈ। ਇਹ ਕਿੰਨੇ 'ਚ ਪਈ ਸੀ ਚਾਚਾ? ਇਹ ਲਾਲਾ ਜੀ ਪਈ ਕੋਈ 2,70,000 'ਚ। ਮਾਸ਼ਾਅੱਲਾ। ਤੇ ਦੂਸਰੀ ਕਿਹੜੀ ਜੀ ਨੀਲੀ ਵਾਲੀ? ਇਹ ਨੇ ਜੋ ਦੋ ਹੈ। ਇਹ ਦੋਨੋਂ? ਇਹ ਦੋ ਬਈ। ਅੱਛਾ। ਤੇ ਤੁਸੀਂ ਇਹਨਾਂ ਸਾਹੀਵਾਲ ਦੀਆਂ ਤੇ ਨੀਲੀ ਬਾਰ ਦੀਆਂ 'ਚ ਬਿਹਤਰ ਕਿਹਨੂੰ ਪਾਇਆ? ਅਸੀਂ ਆਰਫਾ ਨੀਲੀ ਦੀਆਂ ਬਿਹਤਰ ਪਾਈਆਂ ਸਾਹੀਵਾਲ ਨਾਲ। ਇਹ ਬਿਹਤਰ ਨੇ? ਇਹ ਬਿਹਤਰ ਨੇ। ਇਹਨਾਂ ਦੀ ਕਿਹੜੀ ਖੂਬੀ ਤੁਹਾਨੂੰ ਬਿਹਤਰ ਲੱਗੀ? ਇਹ ਦੁੱਧ ਜ਼ਿਆਦਾ ਦਿੰਦੀਆਂ ਉਹਨਾਂ ਨੂੰ। ਦੁੱਧ ਜ਼ਿਆਦਾ ਦਿੰਦੀਆਂ? ਤੇ ਦੁੱਧ ਦੀ ਲਾਮ 'ਚ ਕੋਈ ਫਰਕ ਹੈ ਵੇ? ਹਾਂਜੀ। ਯਾਨੀ ਸਾਲ ਦੇ ਬਹੁਤ ਕਿੰਨੇ ਮਹੀਨੇ ਆ ਦਿੰਦੀਆਂ ਤੇ ਉਹ ਕਿੰਨੇ ਮਹੀਨੇ? ਇਹ ਭਾਜੀ ਪੂਰੇ 8 ਮਹੀਨੇ ਤੋਂ ਦੇ ਤੱਕ ਬਣ ਕੇ ਮੈਂ। ਤੇ ਉਹ ਮਰ ਕੇ ਦੇ 6 ਮਹੀਨੇ। ਅੱਛਾ। ਉਸ ਬਾਅਦ ਐਂਡ ਹੋ ਜਾਏਗਾ। ਤੇ ਦੇਸੀ ਜਿਹੜੀਆਂ ਨੇ? ਦੇਸੀ ਤਾਂ ਹੈ ਹੀ ਨਹੀਂ ਭਾਜੀ। ਉਹ ਦੇਸੀ ਨਹੀਂ ਰੱਖੀਆਂ? ਨਹੀਂ, ਅਸੀਂ ਰੱਖੀ। ਇਹ ਕੋਈ ਦੇਸੀ ਸਾਡੇ ਕੋਲ ਘਰ ਦੀ ਹੈ ਸਾਡੀ। ਅੱਛਾ, ਠੀਕ ਹੈ। ਇਹ ਤੁਹਾਡੀ ਮਿਨੀ ਮਾਝ ਕਿੱਥੋਂ ਦੀ ਹੈ? ਆਰਫ ਵਾਲੇ। ਆਰਫ ਵਾਲੇ ਤੋਂ ਲਈ ਜੀ। ਇਹ ਕਿੰਨੇ ਤੋਂ ਮਿਲੀ ਸੀ? ਇਹ ਮਿਲੀ 2,50,000 ਦੀ। 2.5 ਦੀ ਮਿਲੀ? 2.5 ਦੀ। ਇੱਥੇ ਪਹੁੰਚ ਗਿਆ ਉੱਥੋਂ? ਨਹੀਂ, ਉੱਥੇ। ਅੱਛਾ। ਖਰਚਾ ਕਿੰਨਾ ਕੁ ਲੱਗ ਗਿਆ ਇੱਥੇ ਆਉਂਦਿਆਂ? ਇੱਥੇ ਲੱਗ ਗਿਆ 20,000 ਰੁਪਏ ਦਾ ਖਰਚਾ ਆਇਆ। ਕਿੰਨੀਆਂ ਮੱਝਾਂ ਟਰੱਕ ਚ ਲੱਦ ਕੇ ਲਿਆਉਂਦੇ ਹੋ ਇੱਕ ਦਫਾ? ਅਸਾਂ 2 ਬਾਈ 2 ਲਿਆਂਦੀਆਂ ਨੇ। ਅੱਛਾ। ਇਹ ਇੱਕ ਵਾਰੀ ਕੱਲੀ ਲਿਆਂਦੀ ਹੈ। ਤੇ ਕੱਲੀ ਦਾ 20,000 ਦਿੱਤਾ? ਕੱਲੀ ਦਾ 20,000 ਖਰਚਾ ਪਿਆ ਜੀ। ਅੱਛਾ। 1 2 3 ਹੋ ਗਿਆ। ਅੱਛਾ ਜੀ, ਇਹ ਦੱਸਿਓ ਕਿ ਇਸ ਕਾਰੋਬਾਰ ਦੇ ਨਾਲ ਕੋਈ ਹੋਰ ਵੀ ਕਾਰੋਬਾਰ ਕਰ ਰਹੇ ਹੋ? ਹਾਂਜੀ। ਹੋਰ ਕੀ ਕਾਰੋਬਾਰ? ਜ਼ਿਮੀਂਦਾਰ ਕਰ ਰਹੇ ਨਾਲ। ਕਿਆ ਇਹ ਮੁਮਕਿਨ ਹੈ ਕਿ ਮੱਝਾਂ ਦੇ ਨਾਲ ਕੋਈ ਹੋਰ ਵੀ ਕਾਰੋਬਾਰ ਕੀਤਾ ਜਾ ਸਕਦਾ ਹੈ? ਜਾ ਸਕਦਾ ਜੀ। ਅੱਛਾ, ਯਾਨੀ ਤੁਹਾਡੀ ਨਜ਼ਰ 'ਚ ਇਹ ਫੁੱਲ ਟਾਈਮ ਨਹੀਂ ਹੈ? ਨਹੀਂ। ਯਾਨੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਤੁਸੀਂ ਇਹਨਾਂ ਨੂੰ ਚਾਰਾ ਵਗੈਰਾ ਪਾ ਕੇ ਜਾਂ ਬੰਦਾ ਰੱਖ ਕੇ ਆਪਣਾ ਕੰਮ ਵੀ ਕਰ ਸਕਦੇ? 9 ਵਜੇ ਦਾ ਫਰਕ ਹੋ ਜਾਂਦਾ ਇਹਨਾਂ ਤੋਂ, ਉਸ ਤੋਂ ਬਾਅਦ ਦੂਜਾ ਕੰਮ ਪੈ ਕਰੋ। ਇਹਨਾਂ ਮੱਝਾਂ ਦੇ ਪਿੱਛੇ ਜਾ ਕਿਹੜੇ ਨੇ ਤੁਹਾਡੇ ਕੋਲ? ਕੱਟੀਆਂ ਕਿੰਨੀਆਂ ਨੇ ਤੇ ਕੱਟੇ ਕਿੰਨੇ ਨੇ? 2 ਕੱਟੀਆਂ ਨੇ ਤੇ 2 ਕੱਟੇ। ਉਹ ਤੁਸੀਂ ਵੇਚਣਾ ਚਾਹੁੰਦੇ ਜਿਹੜੇ ਕੱਟੇ ਨੇ ਜਾਂ ਉਹਨੂੰ ਰੱਖਣਾ ਚਾਹੁੰਦੇ ਹੋ? ਨਹੀਂ, ਅਸੀਂ ਉਹਨਾਂ ਰੱਖਣਾ ਚਾਹੁੰਦੇ। ਹਾਂਜੀ। ਦੋਨਾਂ ਦਾ ਛਡਾ ਛੜਿਆ ਹਜੇ ਜਾਂ ਨਹੀਂ? ਦੁੱਧ ਜਿਹੜਾ ਵੀ ਇਹਨਾਂ ਛਡਾ ਛੜਿਆ ਸੀ ਜਾਂ ਬੱਚੇ ਨੇ ਆਪੇ ਛੱਡਿਆ ਸੀ? ਨਹੀਂ, ਜਦੋਂ ਪੱਠੇ ਖਾਣ ਲੱਗ ਪਿਆ ਬੱਚਾ ਉਦੋਂ ਛਡਵਾ ਦਿੱਤਾ ਜਾਏਗਾ। ਯਾਨੀ ਤੁਸੀਂ ਆਪਣੇ ਜਾਨਵਰਾਂ ਦੇ ਪਿੱਛੇ ਜਿਹੜੇ ਜਾਨਵਰਾਂ ਦੇ ਦੁੱਧ ਨਹੀਂ ਛਡਾਉਂਦੇ? ਨਹੀਂ। ਮੱਝਾਂ ਦੇ ਜ਼ਾਹਰ ਕੱਟੀਆਂ ਤੁਸੀਂ ਘਰ ਵਾਸਤੇ ਰੱਖੀਆਂ? ਹਾਂਜੀ, ਬਿਲਕੁਲ। ਠੀਕ ਹੈ। ਕੱਟੇ ਜਿਹੜੇ ਨੇ ਕਿੱਡੇ ਵੱਡੇ ਕਰਕੇ ਤੁਸੀਂ ਉਹਨਾਂ ਨੂੰ ਵੇਚੋਗੇ? ਕੱਟੇ ਤਕਰੀਬਨ ਅਸੀਂ ਵੇਚਨੇ ਕੋ 2 ਤੋਂ 2.5 ਮਣ ਦਾ ਕਰਕੇ। 2 ਤੋਂ 2.5 ਮਣ ਦਾ ਕਰਕੇ ਵੇਚਦੇ ਹੋ? ਸਹੀ ਹੈ। ਤੁਸੀਂ ਅੱਗੇ ਜਾਨਵਰਾਂ ਦੀਆਂ ਕੀਮਤਾਂ ਦੱਸੀਆਂ ਨੇ ਸਾਨੂੰ ਸਾਰੀਆਂ। ਹਾਂਜੀ। ਸ਼ੈੱਡ ਬਣਾਉਣ ਦਾ ਤਰੀਕਾ, ਉਹਦਾ ਖਰਚਾ ਵੀ ਦੱਸ ਸਕਦੇ ਸਾਨੂੰ? ਨਹੀਂ। ਅੱਛਾ। ਉਹ ਆਪਣੇ ਹਿਸਾਬ ਨਾਲ ਬਣਾਉਣਾ ਤੁਸੀਂ। ਠੀਕ ਹੈ। ਚਾਚਾ, ਜਾਨਵਰਾਂ ਵਾਸਤੇ ਜਿਹੜੇ ਤੁਹਾਡੇ ਜਾਨਵਰ ਨੇ ਇਹਨਾਂ ਵਾਸਤੇ ਸਾਲ 'ਚ ਕਿੰਨਾ ਚਾਰਾ ਹੋਏ ਤੇ ਕਾਫੀ ਹੋਏਗਾ? ਹਰਾ ਚਾਰਾ ਕਿੰਨਾ ਹੋਏ ਤੇ ਤੂੜੀ ਕਿੰਨੀ ਹੋਏ?
ਇਹ ਭਾਜੀ ਅਸੀਂ ਤਕਰੀਬਨ ਕੋਈ 20 ਕਿੱਲੇ ਤੂੜੀ ਰੱਖਦੇ ਜੀ ਅੰਦਰ। 20 ਕਿੱਲੇ ਤੂੜੀ ਅੰਦਰ ਰੱਖਦੇ? ਹਾਂਜੀ ਅੰਦਰ ਰੱਖਦੇ ਜੀ। ਠੀਕ ਹੈ। ਜਿਹਦਾ ਸਾਲ ਸਾਡਾ ਪੂਰਾ ਹੋਣਾ ਹੈ। ਠੀਕ ਹੈ। ਅਸੀਂ ਮਕਈ ਬੀਜਦੇ ਆ 5 ਤੋਂ 4 ਕਿੱਲੇ। ਠੀਕ ਹੈ। ਗਰਮੀਆਂ ਠੀਕ ਹੈ। ਹੁਣ 5 ਕਿੱਲੇ ਸਟਾਲਾ ਬੀਜ ਦਿੱਤਾ ਇਹਨਾਂ ਵਾਸਤੇ। ਠੀਕ ਹੈ। ਹਾਂਜੀ ਯਾਨੀ 5 ਕਿੱਲੇ ਸਟਾਲਾ ਜੇ ਮਕਈ ਦੀ ਗੱਲ ਹੈ ਤੇ 5 ਕਿੱਲੇ ਮਕਈ ਬਿਲਕੁਲ ਤੇ ਇਸ ਤੋਂ ਇਲਾਵਾ 20 ਕਿੱਲੇ ਤੂੜੀ ਵੀ ਨਾਲ ਸਟੋਰ ਹੋ ਜਾਂਦੀ ਹੈ। ਤੂੜੀ ਸਟੋਰ ਅੰਦਰ ਹੋਈ ਹੈ। ਠੀਕ ਹੈ। ਤੂੜੀ ਜਿਹੜੀ ਹੈ ਆ ਜਿਹੜੀ ਗੱਠਾਂ ਵਾਲੀ ਉਹ ਲੈਂਦੇ ਜਾਂ ਸਾਲ ਦੇ ਸ਼ੁਰੂ ਚ ਸਟੋਰ ਕਰ ਲੈਂਦੇ? ਨਹੀਂ ਅਸੀਂ ਸ਼ੁਰੂ ਤੋਂ ਸਟੋਰ ਕਰ ਲੈਂਦੇ। ਗੱਠਾਂ ਵਾਲੀ ਤੂੜੀ ਦਾ ਕਦੀ ਵਾਸਤਾ ਪਿਆ? ਨਹੀਂ। ਠੀਕ ਹੈ। ਯਾਨੀ ਬੰਦੇ ਨੂੰ ਚਾਰੇ ਦਾ ਬੰਦੋਬਸਤ ਸਾਲ ਦੇ ਸ਼ੁਰੂ ਚ ਕਰਕੇ ਢੋਣਾ। ਹਾਂਜੀ ਬਿਲਕੁਲ। ਅਸੀਂ ਬਹੁਤ ਸਾਰੀ ਗੱਲਾਂ ਤੁਹਾਨੂੰ ਪੁੱਛੀਆਂ ਨੇ। ਆਖਰੀ ਗੱਲ ਦੇ ਤੌਰ ਤੇ ਨਵੇਂ ਨੌਜਵਾਨ ਹਜ਼ਰਾਤ ਨੂੰ ਜਿਹੜਾ ਕੰਮ ਕਰਨਾ ਸ਼ੁਰੂ ਚਾਹੁੰਦੇ ਨੇ ਆਪਣੀ ਕੋਈ ਗੌਰ ਦੀਆਂ ਗੱਲਾਂ ਦੱਸਣਾ ਚਾਹੋ ਤੇ ਜ਼ਰੂਰ ਦੱਸੋ ਤਾਂ ਕਿ ਸਦਕਾ ਜਾਰੀਆ ਬਣ ਜਾਏ। ਇਹ ਕਾਰੋਬਾਰ ਕਰੇ ਬੰਦਾ, ਜਿਹੜਾ ਬੰਦਾ ਨੌਜਵਾਨ ਉਹ ਆਪ ਹੀ ਕਾਰੋਬਾਰ ਕਰ ਸਕਦਾ। ਉਹ ਬੰਦੇ ਵਾਸਤੇ ਨਹੀਂ ਬੰਦਾ ਰੱਖਾਂਗੇ ਤੇ ਫੇਰ ਕਰਾਂਗੇ ਨਹੀਂ। ਠੀਕ ਹੈ। ਬੰਦਾ ਆਏਗਾ ਤੇ ਇਹਨੂੰ ਪਾਣੀ ਡਾਵਾਂਗੇ ਉਹ ਵੀ ਕੰਮ ਨਹੀਂ ਹੈ। ਠੀਕ ਹੈ। ਯਾਨੀ ਨੌਜਵਾਨ ਕੰਮ ਕਰਨ ਤੇ ਖੁਦ ਕਰਨ। ਖੁਦ ਕਰਨ, ਇਹ ਤੁਹਾਡਾ ਮਸ਼ਵਰਾ ਹੈ? ਬਿਲਕੁਲ। ਜ਼ਬਰਦस्त। जिंदाबाद सर, बहुत शुक्रिया। अस्सलाम वालेकुम।